ਪੰਜਾਬ ਦੇ ਭੁੱਲੇ ਵਿਸਰੇ ਝੂਠੇ ਪੁਲਿਸ ਮੁਕਾਬਲੇ ਭਾਗ ਪਹਿਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦ ਜਦ ਸਮਾਜੀ ਵਿਕਾਸ ਦੇ ਕਿਸੇ ਪੜਾਅ ਤੇ ਕੋਈ ਦੁਖਾਂਤ ਵਾਪਰਦਾ ਜਾਂ ਸੰਕਟ ਆਉਂਦਾ ਹੈ ਤਾਂ ਸੋਚਵਾਨ ਮਨੁੱਖ ਉਸ ਦਾ ਯਥਾਰਥ ਸੱਚ ਢੂੰਡਦੇ ਹਨ। ਅਸਲੀਅਤ ਨਾਲ ਮੇਲ ਖਾਂਦਾ ਅਜਿਹਾ ਸੱਚ ਜੋ ਉਸ ਦੁਖਾਂਤ ਜਾਂ ਸੰਕਟ ਨੂੰ ਠੀਕ ਸ਼ਬਦ ਦੇ ਸਕੇ, ਉਹ ਲੋਕਾਂ ਦਾ ਸਿਧਾਂਤ ਜਾਂ ਵਿਚਾਰਧਾਰਾ ਹੋ ਨਿਬੜਦੀ ਹੈ। ਜੋ ਉਹ ਵਿਚਾਰਧਾਰਾ ਨੂੰ ਸਮਝ ਪਾਉਂਦੇ ਹਨ, ਉਹ ਉਸ ਸੱਚ ਦੇ ਉਪਾਸਕ ਸਿੱਖ ਅਖਵਾਉਂਦੇ ਹਨ, ਅਤੇ ਜੋ ਬੇਸਮਝੀ ਵਿੱਚ ਉਸ ਨੂੰ ਅਪਣਾਉਂਦੇ ਹਨ, ਉਹ ਉਸ ਦੀ ਪੂਜਾ ਕਰਦੇ ਹਨ ਅਤੇ ਅਜੋਕੀ ਭਾਸ਼ਾ ਵਿੱਚ ਧਾਰਮਿਕ ਅਖਵਾਉਂਦੇ ਹਨ। ਇਸ ਕਮਜ਼ੋਰੀ ਨੂੰ ਦੂਰ ਕਰਨ ਲਈ ਬਾਬਾ ਨਾਨਕ ਫਰਮਾਉਂਦੇ ਹਨ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੰਨਾ 4। ਭਾਵ ਕਿਸੇ ਸਥਿਤੀ ਨੂੰ ਸਮਝਣ ਲਈ ਸੋਝੀ ਨੂੰ ਧੋਣਾ ਮਾਂਜਣਾ ਬਹੁਤ ਜ਼ਰੂਰੀ ਹੈ। ਅਤੀਤ ਅਤੇ ਸਮੇਂ ਦੇ ਸੱਚ ਨੂੰ ਸਮਝਣਾ ਅਤੇ ਦੋਵਾਂ ਦੇ ਆਪਸੀ ਰਿਸ਼ਤੇ ਦੀ ਜਾਣਕਾਰੀ ਲੈ ਕੇ ਸਮਾਜੀ ਵਿਕਾਸ ਦਾ ਅੰਗ ਬਣਨ ਵਾਲਾ ਵਿਅਕਤੀ ਸਮਾਜੀ ਵਿਕਾਸ ਦਾ ਰਥਵਾਨ ਹੋ ਨਿਬੜਦਾ ਹੈ। ਇਸ ਸੰਦਰਭ ਵਿੱਚ ਨੇਕੀ ਬਦੀ ਨਵੇਂ ਪੁਰਾਣੇ ਦਾ ਟਕਰਾਅ ਸਮੁੱਚੇ ਇਤਿਹਾਸਕ ਵਿਕਾਸ ਦੀ ਚੂਲ ਹੈ। ਭਾਰਤ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਦਾ ਇਤਿਹਾਸ ਅੰਗਰੇਜ਼ ਵੇਲੇ ਤੋਂ ਚੱਲਦਾ ਹੋਇਆ 1947 ਤੋਂ ਲੈ ਕੇ ਅੱਜ ਤਾਈਂ ਕਹੀ ਜਾਂਦੀ ਆਜ਼ਾਦੀ ਦੇ ਲਗਭਗ 60 ਸਾਲ ਦਾ ਅਣਟੁੱਟ ਵਰਤਾਰਾ ਰਿਹਾ ਹੈ। ਪਰ ਥੋੜਾ ਸਮਾਂ ਪਹਿਲਾਂ ਗੁਜਰਾਤ ਵਿੱਚ ਵਾਪਰੇ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਨੂੰ ਦਿੱਲੀ ਦੇ ਕਾਂਗਰਸੀ ਹਾਕਮਾਂ ਅਤੇ ਉਹਨਾਂ ਦੇ ਸਮਰਥਕ ਮੀਡੀਏ ਵੱਲੋਂ ਮੋਢਾ ਦੇਣ ਸਦਕਾ ਸਾਰੇ ਦੇਸ਼ ਵਿੱਚ ਵਾਪਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਕਿਸੇ ਵੱਡੀ ਪੱਧਰ ਤੇ ਅਖਬਾਰਾਂ ਤੇ ਹੋਰ ਮੀਡੀਏ ਦਾ ਅੰਗ ਬਣ ਗਏ ਹਨ। ਨਤੀਜੇ ਵਜੋਂ ਪੰਜਾਬ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸਿੱਖਾਂ ਨਾਲ ਜੋ ਵਾਪਰਿਆ ਉਸ ਦੀ ਚਰਚਾ ਵੀ ਨਵੇਂ ਸਿਰੇ ਤੋਂ ਆਰੰਭ ਹੋ ਗਈ ਹੈ। ਕੇਵਲ 3 ਜਿਉਂਦੇ ਜਾਗਦੇ ਵਿਅਕਤੀਆਂ ਦੀ ਥਾਂ ਨਿਰਦੋਸ਼ 3 ਵਿਅਕਤੀਆਂ ਨੂੰ ਮਾਰ ਕੇ ਪੁਲਿਸੀਆਂ ਵੱਲੋਂ ਲੱਖਾਂ ਰੁਪਈਆਂ ਦੇ ਪ੍ਰਾਪਤ ਕੀਤੇ ਗਏ ਇਨਾਮ ਇੱਕ ਵਾਰ ਫਿਰ ਉਸ ਚਰਚਾ ਨੂੰ ਸੁਰਜੀਤ ਕਰ ਗਏ ਹਨ, ਜਿਸ ਅਧੀਨ ਪੰਜਾਬ ਦੇ ਰਹਿ ਚੁੱਕੇ ਡਾਇਰੈਕਟਰ ਜਨਰਲ SS ਵਿਰਕ ਅਤੇ ਸਿੱਖਾਂ ਦੇ ਕਾਤਲ KPS ਗਿੱਲ ਨੇ ਚੰਡੀਗੜ੍ਹ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਹਨਾਂ ਪਾਸ ਕੇਵਲ ਇੱਕ ਸੁਖੀ ਕੈਟ ਨਹੀਂ, ਸਗੋਂ ਉਹਦੇ ਵਰਗੇ 300 ਹੋਰ ਹਨ। ਹੁਣ ਇਹ ਗੱਲ ਬੜੇ ਜ਼ੋਰ ਨਾਲ ਤੁਰ ਪਈ ਹੈ ਕਿ ਉਹਨਾਂ 300 ਕੈਟਾਂ ਦੀ ਲਿਸਟ ਦਿਓ, ਜਿਨ੍ਹਾਂ ਦੀ ਥਾਂ ਤੇ ਹੋਰ 300 ਨਿਰਦੋਸ਼ ਵਿਅਕਤੀ ਮਾਰੇ ਗਏ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਜਿਹੀ ਲਿਸਟ ਤਾਂ ਸ਼ਾਇਦ ਕਦੀ ਵੀ ਨਾ ਦੇਵੇ, ਕਿਉਂਕਿ ਉਸ ਦੇ ਆਪ ਆਪਣੀ ਪਹਿਲੀ ਸਰਕਾਰ ਤੇ ਮੁੱਖ ਮੰਤਰੀ ਬਣਨ ਵੇਲੇ ਲਗਭਗ 80 ਵਿਅਕਤੀ ਨਕਸਲੀ ਅੱਤਵਾਦੀ ਕਹਿ ਕੇ ਮਰਵਾਏ ਸਨ, ਜਿਨ੍ਹਾਂ ਵਿੱਚ 85 ਸਾਲਾ ਦੇਸ਼ ਭਗਤ ਬਾਬਾ ਬੂਝਾ ਸਿੰਘ ਵੀ ਸ਼ਾਮਲ ਸੀ। ਖੈਰ, ਇਸ ਗੱਲ ਨੂੰ ਛੱਡਦੇ ਹੋਏ ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਅੰਦਰ 1980 ਤੋਂ ਪਿੱਛੋਂ ਲਗਾਤਾਰ ਸਿੱਖ ਗੱਭਰੂਆਂ, ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ, ਸਾਕਾ ਨੀਲਾ ਤਾਰਾ, ਵੁੱਡਰੋਜ਼, ਕਾਲੀ ਗਰਜ, ਪੰਜਾਬੋਂ ਬਾਹਰ ਸਿੱਖ ਵਿਰੋਧੀ ਦੰਗੇ ਅਤੇ ਲਗਾਤਾਰ ਪੁਲਿਸ ਹਿਰਾਸਤ ਵਿੱਚ ਜਾਂ ਹੋਰ ਢੰਗਾਂ ਨਾਲ ਤਸੀਹੇ ਕੇਂਦਰਾਂ ਰਾਹੀਂ ਮਰਵਾ ਕੇ ਤੇ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਿਆ ਜਾਂਦਾ ਰਿਹਾ ਜਾਂ ਦਰਿਆਵਾਂ, ਨਹਿਰਾਂ ਵਿੱਚ ਰੋੜਿਆ ਗਿਆ। ਗੁਜਰਾਤ ਦੀਆਂ ਅਜਿਹੀਆਂ ਘਟਨਾਵਾਂ ਇੱਕਦਮ ਜੰਮੂ ਕਸ਼ਮੀਰ ਦੇ ਅਜਿਹੇ ਹਜ਼ਾਰਾਂ ਝੂਠੇ ਪੁਲਿਸ ਮੁਕਾਬਲਿਆਂ ਨਾਲ ਜੁੜ ਗਈਆਂ ਅਤੇ ਇਹ ਚਰਚਾ ਵੱਧ ਕੇ ਸਿੱਖਾਂ ਤੇ ਮੁਸਲਮਾਨਾਂ ਤੋਂ ਅੱਗੇ ਉੱਤਰ ਪੂਰਬੀ ਰਾਜਾਂ ਅਤੇ ਦੱਖਣ ਵਿੱਚ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ, ਮਹਾਰਾਸ਼ਟਰ, ਬੰਗਾਲ, ਤ੍ਰਿਪੁਰਾ ਆਦਿ ਥਾਵਾਂ ਤੇ ਨਕਸਲਬਾੜੀਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਹੋਈਆਂ ਮੌਤਾਂ ਨਾਲ ਵੀ ਜਾ ਜੁੜੀ। ਭਾਰਤ ਅੰਦਰ ਵਿਧਾਨ ਤੇ ਕਾਨੂੰਨ ਨਾਲ ਖਿਲਵਾੜ ਕਰਕੇ ਸਰਕਾਰੀ ਬਲਾਂ ਹੱਥੋਂ ਝੂਠੇ ਮੁਕਾਬਲਿਆਂ ਰਾਹੀਂ ਨਿਰਦੋਸ਼, ਨੇਕ ਅਤੇ ਸਿਰੜੀ ਸ਼ਹਿਰੀਆਂ ਨੂੰ ਮਰਵਾ ਕੇ ਰਾਜ ਕਰਨ ਵਾਲੇ ਢਾਂਚੇ ਨੂੰ ਅੱਤਵਾਦੀ ਸਟੇਟ ਹੀ ਕਿਹਾ ਜਾ ਸਕਦਾ ਹੈ।
1982 ਵਿੱਚ ਪੰਜਾਬ ਅੰਦਰ ਇਸ ਦਾ ਆਰੰਭ ਦਰਬਾਰਾ ਸਿੰਘ ਦੀ ਸਰਕਾਰ ਸਮੇਂ ਕਾਂਗਰਸੀ ਆਗੂ ਇੰਦਰਾ ਗਾਂਧੀ ਦੀ ਅਗਵਾਈ ਥੱਲੇ ਹੋਇਆ। ਇਹਨਾਂ ਅਤੇ ਇਹਨਾਂ ਦੇ ਸਮਰਥਕਾਂ ਨੇ ਆਪਣੇ ਵਿਰੋਧੀਆਂ, ਜਿਨ੍ਹਾਂ ਦੀ ਉਸ ਸਮੇਂ ਅਗਵਾਈ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਹੱਥ ਸੀ, ਨੂੰ ਅੱਤਵਾਦੀ ਅਤੇ ਵੱਖਵਾਦੀ ਗਰਦਾਨ ਕੇ ਮਰਵਾਉਣਾ ਸ਼ੁਰੂ ਕੀਤਾ। ਇਹਨਾਂ ਦੇ ਸਮਰਥਕ ਬਣੇ ਸਮੁੱਚੇ ਰੂਪ ਵਿੱਚ ਹਿੰਦੂ ਤਵੀ, ਬ੍ਰਾਹਮਣਵਾਦੀ ਅਤੇ ਅਖੌਤੀ ਕਾਮਰੇਡ। ਨਿਸ਼ਾਨ ਸਨ ਪੰਜਾਬ ਅੰਦਰ ਸਿੱਖ ਮਾਨਵਵਾਦੀ ਵਿਚਾਰਧਾਰਾ ਅਤੇ ਉਸ ਦੇ ਸਿਰੜੀ ਸਮਰਥਕ। ਪੰਜਾਬ ਦੇ ਇਹਨਾਂ ਲੋਕਾਂ ਨੂੰ ਕਮਜ਼ੋਰ ਕਰਨ ਲਈ ਇਹਨਾਂ ਦੇ ਆਰਥਿਕ ਸਾਧਨ ਭਾਵ ਪਾਣੀ, ਬਿਜਲੀ, ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਖੋਹਣੀ ਅਤੇ ਰਾਜ ਪ੍ਰਬੰਧ ਨੂੰ ਨਕੇਲ ਪਾਉਣ ਲਈ ਅਨੇਕ ਕਾਨੂੰਨੀ ਦਾਅ ਪੇਚ ਖੇਡੇ ਗਏ। ਸਿੱਖਾਂ ਦੀ ਇਸ ਕੁੱਲ ਨਾਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਅਣਥੱਕ ਮਿਹਨਤ ਰਾਹੀਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ 2097 ਅਣਪਛਾਤੀਆਂ ਲਾਸ਼ਾਂ ਕਹਿ ਕੇ ਪੱਟੀ, ਤਰਨਤਾਰਨ ਅਤੇ ਅੰਮ੍ਰਿਤਸਰ ਦੀਆਂ ਸ਼ਮਸ਼ਾਨ ਭੂਮੀਆਂ ਵਿੱਚ ਸਾੜੀਆਂ ਗਈਆਂ ਲਾਸ਼ਾਂ ਦਾ ਤੱਥਾਂ ਸਹਿਤ ਰਿਕਾਰਡ ਬਣਾ ਕੇ ਜਦ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਇਸ਼ਤਿਹਾਰ ਵਰਗੇ ਖਰੜੇ ਰਾਹੀਂ ਪੇਸ਼ ਕੀਤਾ ਤਾਂ ਬ੍ਰਾਹਮਣਵਾਦ ਦੇ ਢਹੇ ਚੜੇ ਜੱਜਾਂ ਨੇ ਇਸ ਨੂੰ ਪੂਰੀ ਹਕਾਰਤ ਨਾਲ ਠੁਕਰਾ ਦਿੱਤਾ। ਪਰ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨਾਲ ਜਦੋਂ ਦੁਨੀਆ ਭਰ ਵਿੱਚ ਇਹ ਗੱਲ ਧੁੰਮ ਗਈ ਕਿ ਭਾਰਤ ਸਰਕਾਰ ਅੱਤਵਾਦ ਦੀ ਪੈਰੋਕਾਰ ਹੈ, ਤਾਂ ਸੁਪਰੀਮ ਕੋਰਟ ਦੇ 2 ਜੱਜਾਂ ਜਸਟਿਸ ਕੁਲਦੀਪ ਸਿੰਘ ਅਤੇ ਜਸਟਿਸ ਸਗੀਰ ਅਹਿਮਦ ਤੇ ਆਧਾਰਿਤ ਬੈਂਚ ਨੇ ਉਸ ਨੂੰ ਰਿਟ ਪਟੀਸ਼ਨ ਸਿਵਲ ਨੰਬਰ 297/95 ਕਰਾਰ ਦੇ ਕੇ ਇਹ ਫੈਸਲਾ ਦਿੱਤਾ ਕਿ ਭਾਰਤ ਦਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਇਹਨਾਂ ਤੱਥਾਂ ਦੀ CBI ਪਾਸੋਂ ਪੜਤਾਲ ਕਰਵਾ ਕੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰੇ। ਪਰ ਇੱਕ ਸਰਕਾਰੀ ਚਲਾਕੀ ਰਾਹੀਂ ਉਪਰੋਕਤ ਡਿਵੀਜ਼ਨ ਬੈਂਚ ਦੇ ਫੈਸਲੇ ਦੀ ਇੱਕ ਜੱਜ ਪਾਸੋਂ ਝੂਠੀ ਵਿਆਖਿਆ ਕਰਵਾ ਕੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੇਵਲ ਖਾਲੜੇ ਹੋਰਾਂ ਵੱਲੋਂ 2097 ਲਾਸ਼ਾਂ ਦੀ ਪਹਿਲਾਂ ਹੋ ਚੁੱਕੀ ਪੜਤਾਲ ਨੂੰ ਹੀ ਆਧਾਰ ਬਣਾ ਕੇ 9 ਸਾਲਾਂ ਮਗਰੋਂ ਉਹਨਾਂ ਨੇ ਲਗਭਗ 1200 ਲਾਸ਼ਾਂ ਨੂੰ ਟੁੱਟਾ ਭੱਜਾ ਮੁਆਵਜ਼ਾ ਦੇਣ ਦਾ ਪਿਛਲੇ ਸਾਲ ਐਲਾਨ ਕਰ ਦਿੱਤਾ, ਜੋ ਅਸਲ ਵਿੱਚ ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਦੀ ਰੱਖਿਆ ਕਰਨ ਦਾ ਪੈਂਤੜਾ ਸੀ। ਇਸ ਕਮਿਸ਼ਨ ਨੇ ਆਪਣੇ ਫੈਸਲੇ ਵਿੱਚ ਲਾਸ਼ਾਂ ਦੀ ਹੋਈ ਬੇਹੁਰਮਤੀ ਉੱਪਰ ਤਾਂ ਬੜਾ ਦੁੱਖ ਪ੍ਰਗਟ ਕੀਤਾ, ਪਰ ਜਿਉਂਦੇ ਮਨੁੱਖਾਂ ਨੂੰ ਲਾਸ਼ਾਂ ਵਿੱਚ ਬਦਲਣ ਵਾਲਿਆਂ ਤੇ ਉਂਗਲ ਤਾਈਂ ਨਾ ਚੁੱਕੀ। ਇਹ ਇਸ ਕਮਿਸ਼ਨ ਦੀ ਇੱਕ ਇਤਿਹਾਸਕ ਠੱਗੀ ਤੇ ਬੇਸ਼ਰਮੀ ਵਾਲੀ ਪਹੁੰਚ ਸੀ। ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਜਾਂ ਇਸ ਤੋਂ ਵੀ ਅੱਗੇ ਜਾ ਵਿਉਂਤਬੰਦ ਢੰਗ ਨਾਲ ਸਰਕਾਰੀ ਏਜੰਸੀਆਂ ਪਾਸੋਂ ਵਿਧਾਨ ਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਆਪਣੇ ਸ਼ਹਿਰੀ ਮਰਵਾਉਣ ਦਾ ਆਰੰਭ ਪਾਰਲੀਮੈਂਟ ਨੇ ਮੀਸਾ, NSA, ਟਾਡਾ, ਪੋਟਾ ਅਤੇ ਸਪੈਸ਼ਲ ਪਾਵਰਜ਼ ਐਕਟ ਜਿਹੇ ਫਾਸ਼ੀ ਕਾਨੂੰਨ ਬਣਾ ਕੇ ਤੇ ਐਮਰਜੈਂਸੀ ਜਿਹੀਆਂ ਜਾਨਲੇਵਾ ਕਾਰਵਾਈਆਂ ਨੂੰ ਮਨਜ਼ੂਰੀ ਦੇ ਕੇ ਕੀਤਾ ਸੀ, ਜਿਸ ਨੂੰ ਨੌਕਰਸ਼ਾਹੀ ਨੇ ਬੜੀ ਬੇਸ਼ਰਮੀ ਨਾਲ ਵਰਤਿਆ ਅਤੇ ਨਿਆਂਪਾਲਕਾਂ ਨੇ ਵਿਧਾਨ ਦਾ ਬੁਨਿਆਦੀ ਢਾਂਚਾ ਬਦਲੇ ਜਾਣ ਤੋਂ ਇਨਕਾਰ ਕੀਤਾ। ਪਰ ਦੂਜੇ ਪਾਸੇ ਇਸ ਢਾਂਚੇ ਦੇ ਮਨੁੱਖੀ ਅਧਿਕਾਰਾਂ ਵਾਲੇ ਬੁਨਿਆਦੀ ਥੰਮ ਨੂੰ ਉਪਰੋਕਤ ਕਾਨੂੰਨਾਂ ਨੂੰ ਮਾਨਤਾ ਦੇ ਕੇ ਢਹਿ ਢੇਰੀ ਕਰ ਦਿੱਤਾ। ਸਿਖਰ ਉਦੋਂ ਹੋਈ ਜਦੋਂ ਰਾਸ਼ਟਰਪਤੀ ਭਵਨ ਤੋਂ ਇਹਨਾਂ ਹਜ਼ਾਰਾਂ ਕਾਤਲਾਂ ਨੂੰ ਵੱਡੇ ਮਾਇਕ ਇਨਾਮ ਅਤੇ ਉਪਾਧੀਆਂ ਦਿੱਤੀਆਂ ਗਈਆਂ। ਅਜਿਹੇ ਵਰਤਾਰੇ ਦਾ ਆਰੰਭ ਪੰਜਾਬ ਅੰਦਰ ਬੇਅੰਤ ਸਿੰਘ ਸਰਕਾਰ ਨੇ 56,000 ਕਾਤਲ ਪੁਲਸੀਆਂ ਨੂੰ ਮਾਇਕ, ਗੱਫੇ ਅਤੇ ਉਪਾਧੀਆਂ ਦੇ ਕੇ ਕੀਤਾ ਸੀ। ਇਸ ਤਰ੍ਹਾਂ ਰਾਜ ਪ੍ਰਬੰਧ ਦੇ ਤਿੰਨੇ ਅੰਗਾਂ ਭਾਵ ਵਿਧਾਨ ਪਾਲਿਕਾ, ਕਥਿਤ ਤੌਰ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਕਾਰਜਪਾਲਿਕਾ, ਨੌਕਰਸ਼ਾਹੀ ਅਤੇ ਨਿਆਂਪਾਲਿਕਾ, ਅਦਾਲਤਾਂ, ਤਿੰਨਾਂ ਨੂੰ ਹੀ ਅੱਤਵਾਦੀ ਕਹਿਣਾ ਬਣਦਾ ਹੈ। ਚੌਥੇ ਕਹੇ ਜਾਂਦੇ ਅੰਗ ਭਾਵ ਮੀਡੀਏ ਨੇ ਵੀ ਇਹਨਾਂ ਤਿੰਨਾਂ ਦੀਆਂ ਅੱਤਵਾਦੀ ਕਾਰਵਾਈਆਂ ਨੂੰ ਪੂਰਾ ਸਮਰਥਨ ਦਿੱਤਾ। ਪੰਜਾਬ
ਅਤੇ ਦੇਸ਼ ਵਿੱਚ ਸਰਕਾਰੀ ਏਜੰਸੀਆਂ ਹੱਥੋਂ ਨਿਰਦੋਸ਼ ਮਨੁੱਖ ਮਰਵਾਉਣੇ ਸਰਕਾਰੀ ਨੀਤੀਆਂ ਦਾ ਹਿੱਸਾ ਬਣ ਗਿਆ ਹੈ। ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ ਨੂੰ ਰੋਲ ਕੇ ਸਿਰਜੇ ਜਾ ਰਹੇ ਵਿਸ਼ੇਸ਼ ਆਰਥਿਕ ਜ਼ੋਨ ਹਿੰਦੂ ਬ੍ਰਾਹਮਣੀ ਸਾਮਰਾਜ ਖੜਾ ਕਰਨ ਦੀਆਂ ਚਾਲਾਂ ਹਨ। ਨਤੀਜਾ ਇਹ ਹੈ ਕਿ ਅੱਜ ਦੇਸ਼ ਵਿੱਚ ਸਾਰੇ ਸਮਾਜਿਕ ਤੇ ਮਨੁੱਖੀ ਰਿਸ਼ਤੇ ਟੁੱਟ ਰਹੇ ਹਨ ਤੇ ਪੈਸੇ ਦੀ ਹਵਸ ਵਿੱਚ ਮਨੁੱਖ ਅੰਨਾ ਹੋਇਆ ਫਿਰਦਾ ਹੈ। ਬੇਕਾਰੀ, ਖੁਦਕੁਸ਼ੀਆਂ, ਫਿਰਕੂ ਦੰਗੇ, ਨਸ਼ੇਖੋਰੀ, ਸਿਹਤ ਤੇ ਵਿਦਿਆ ਦੀ ਤਬਾਹੀ ਅਤੇ ਬਲਾਤਕਾਰ ਇਹਨਾਂ ਨੀਤੀਆਂ ਦਾ ਸਿੱਟਾ ਹਨ। ਸਰਕਾਰੀ ਅੱਤਵਾਦ ਦਾ ਸ਼ਿਕਾਰ ਸਾਰੇ ਦਲਿਤ ਤੇ ਕਿਰਤੀ ਵਰਗ, ਮੁਸਲਮਾਨ, ਈਸਾਈ, ਸਿੱਖ, ਬੋਧੀ ਅਤੇ ਹੋਰਨਾਂ ਜਮਹੂਰੀ ਲੋਕਾਂ ਨੂੰ ਇਹਨਾਂ ਨੀਤੀਆਂ ਵਿਰੁੱਧ ਇਕਜੁੱਟ ਹੋਣ ਦੀ ਲੋੜ ਹੈ। ਪੰਜਾਬ ਵਿੱਚ ਅਜੋਕੀ ਸਰਕਾਰ ਸੈਂਕੜੇ ਕੈਟਾਂ ਦੀ ਥਾਂ ਤੇ ਮਾਰੇ ਗਏ ਨਿਰਦੋਸ਼ਾਂ ਦੀ ਲਿਸਟ ਜਾਰੀ ਕਰੇ ਤੇ ਉਹਨਾਂ ਲਈ ਜ਼ਿੰਮੇਵਾਰ ਪੁਲਿਸੀਆਂ ਤੇ ਮੁਕੱਦਮੇ ਦਰਜ ਕਰੇ। ਪਰ ਸਰਕਾਰ ਅਜਿਹੀ ਕਾਰਵਾਈ ਕਰਨੋਂ ਭਗੌੜੀ ਹੁੰਦੀ ਜਾਪਦੀ ਹੈ, ਜਿਸ ਨੂੰ ਨਕੇਲਣ ਲਈ ਇਹ ਕੇਸ ਜਨਤਾ ਦੀ ਕਚਹਿਰੀ ਵਿੱਚ ਜਾਣ ਦੀ ਲੋੜ ਹੈ। ਇਸ ਕੇਸ ਦਾ ਦੂਜਾ ਵੱਡਾ ਪੱਖ ਸਮੁੱਚੇ ਪੰਜਾਬ ਵਿੱਚ ਸਿੱਖਾਂ ਦੀ ਹੋਈ ਕੁੱਲ-ਨਾਸ ਦੀ ਅਸਲੀਅਤ ਨੂੰ ਨੰਗਾ ਕਰਕੇ ਉਸ ਦੇ ਦੋਸ਼ੀਆਂ ਤੇ ਕੇਸ ਚਲਾਉਣੇ ਅਤੇ ਉਹਨਾਂ ਵੱਲੋਂ ਲੁੱਟੀ ਹੋਈ ਮਾਇਆ ਵਾਪਸ ਲੈਣੀ ਤੇ ਉਹਨਾਂ ਦੀਆਂ ਜਾਇਦਾਦਾਂ ਦੀ ਪੜਤਾਲ ਕਰਵਾਉਣੀ ਹੈ। ਲੇਖਕ ਸਰਦਾਰ ਦਲਬੀਰ ਸਿੰਘ, ਪੱਤਰਕਾਰ, ਆਵਾਜ਼ ਭਾਈ ਗੁਰਜੰਟ ਸਿੰਘ, ਰੂਪੋਵਾਲੀ। ਪੰਜਾਬ ਦੇ ਭੁੱਲੇ ਵਿਸਰੇ ਝੂਠੇ ਪੁਲਿਸ ਮੁਕਾਬਲਿਆਂ ਦਾ ਭਾਗ ਦੂਜਾ ਵੀ ਜ਼ਰੂਰ ਸੁਣੋ।